ਪੰਜਾਬੀ ਰੇਡੀਓ USA ਤੋਂ ਅਗਸਤ ਮਹੀਨੇ ਦੇ ਵਿੱਚ ਯਾਨੀ ਸੰਨ 47 ਦੇ ਨਾਲ ਜੁੜੀਆਂ ਸੱਚੀਆਂ ਕਹਾਣੀਆਂ, ਪੰਜਾਬੀਆਂ ਦੇ ਉਜਾੜੇ, ਵੰਡਾਂ ਔਰ ਰੋਲਿਆਂ ਬਾਰੇ ਅਸੀਂ ਇਸ ਸੈਗਮੈਂਟ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਦੀ ਸੱਚੀ ਕਹਾਣੀ ਹੈ ਜਿਹੜੀ, ਇਹਦਾ ਸਰਨਾਮਾ ਹੈ ਆਸਾਂ ਤੋੜ ਨਾ ਚੜੀਆਂ। ਆਸਾਂ ਤੋੜ ਨਾ ਚੜੀਆਂ ਇਹ ਕਹਾਣੀ ਹੈ ਸਿਆਲਕੋਟ ਦੇ ਪਿੰਡ ਡਸਕਾ ਦੀ, ਜਿੱਥੇ ਇੱਕ ਪਰਿਵਾਰ ਜਿਹੜਾ ਆਬਾਦ ਸੀਗਾ, ਖੁਸ਼ਬਾਸ਼ ਸੀਗਾ, ਰਹਿੰਦਾ ਸੀਗਾ, ਹੱਸਦਾ ਵਸਦਾ ਸੀਗਾ। ਇਸ ਪਰਿਵਾਰ ਦਾ ਇੱਕ ਜੀ ਸੁੰਦਰ ਸਿੰਘ ਸਰਾ, ਜਿਹਨੂੰ ਇਸ ਇਲਾਕੇ ਦੇ ਵਿੱਚ ਹਵਾਲਦਾਰ ਸੁੰਦਰ ਸਿੰਘ ਦੇ ਨਾਂ ਤੋਂ ਜਾਣਿਆ ਜਾਂਦਾ ਸੀਗਾ, ਉਸ ਵੇਲੇ ਬ੍ਰਿਟਿਸ਼ ਆਰਮੀ ਦਾ ਹਿੱਸਾ ਸੀਗਾ। ਸੋ ਫੌਜ 'ਚ ਹੋਣ ਨਾਤੇ ਇਹਦੀ ਬਹਾਦਰੀ ਦੇ, ਦਲੇਰੀ ਦੇ ਕਿਸੇ ਚਾਰ ਚਫੇਰੇ ਸਨ। ਸਿਰਫ ਜ਼ੁਬਾਨੀ ਕਲਾਮੀ ਨਹੀਂ, ਬਲਕਿ ਬ੍ਰਿਟਿਸ਼ ਸਰਕਾਰ ਵੱਲੋਂ ਉਹਨਾਂ ਨੂੰ ਕਈ ਮੈਡਲ, ਕਈ ਰਿਵਾਰਡ ਨੇ ਜਿਹੜੇ ਉਹ ਮਿਲ ਚੁੱਕੇ ਸਨ, ਜੋ ਅੱਜ ਵੀ ਇਸ ਪਰਿਵਾਰ ਦੇ ਕੋਲ ਹੈ। ਸੋ ਆਰਮੀ ਵੱਲੋਂ ਇਹ ਵੀ ਆਫਰ ਕੀਤੀ ਗਈ ਇਸ ਬਹਾਦਰੀ ਨੂੰ, ਇਸ ਦਲੇਰੀ ਨੂੰ ਵੇਖਦਿਆਂ ਹੋਇਆਂ ਕਿ ਤੈਨੂੰ ਬਰਤਾਨਵੀ ਸ਼ਹਿਰੀਅਤ ਦੇ ਦਿੰਦੇ ਜਾਂ ਤੈਨੂੰ ਬਰਤਾਨੀਆ ਲੈ ਜਾਂਦੇ, ਤੂੰ ਸਾਡੇ ਨਾਲ ਚੱਲ। ਪਰ ਜਿਹੜੇ ਸੁੰਦਰ ਸਿੰਘ ਹੋਣੇ ਸਨ, ਉਹਨਾਂ ਦਾ ਆਖਣਾ ਸੀਗਾ ਕਿ ਮੇਰਾ ਸਭ ਕੁਝ ਤੇ ਇੱਥੇ ਹੈ, ਮੇਰੇ ਆਪਣੇ, ਮੇਰੇ ਪਿਆਰੇ, ਮੇਰੇ ਮਾਪੇ, ਇਹ ਧਰਤੀ ਮੇਰੀ ਹੈ, ਆਲ ਦੁਆਲ ਸਾਰੀ ਵਸੋਂ ਹੈ ਜਿਹੜੀ, ਮੈਂ ਉਹਦੇ 'ਚ ਰਚਿਆ ਵਸਿਆ, ਮੈਂ ਵਲੈਤ ਜਾ ਕੇ ਕੀ ਕਰਨਾ। ਉਸ ਤੋਂ ਬਾਅਦ ਵਰਲਡ ਵਾਰ 2 ਜਦੋਂ ਸ਼ੁਰੂ ਹੋਈ ਤੇ ਸਭ ਤੋਂ ਅੱਗੇ ਲੜਨ ਵਾਲੀਆਂ ਜਿਹੜੀਆਂ ਫੌਜਾਂ ਸਨ, ਉਹ ਬਾਕਾਇਦਾ ਪੰਜਾਬ ਤੋਂ ਹੀ ਭਰਤੀ ਹੋਈਆਂ, ਜਿਨ੍ਹਾਂ ਦੀ ਬਹਾਦਰੀ ਤੇ ਅੰਗਰੇਜ਼ ਵੀ ਇਕਰਾਰ ਕਰਦੇ ਸਨ। ਉਹਨਾਂ ਦੇ ਵਿੱਚੋਂ ਇੱਕ ਹਵਾਲਦਾਰ ਸੁੰਦਰ ਸਿੰਘ ਸਰਾ ਹੋਣੇ ਵੀ ਸਨ। ਪਰ ਜਿਸ ਆਸ ਉਮੀਦ ਤੇ ਉਹਨਾਂ ਨੇ ਵਲਾਇਤ ਵਸਣ ਦੀ ਇਸ ਆਫਰ ਨੂੰ ਰੱਦ ਕੀਤਾ, ਕੀ ਪਤਾ ਸੀਗਾ ਕਿ ਆਉਣ ਵਾਲੇ ਵਕਤ ਦੇ ਵਿੱਚ ਜਦੋਂ ਭਾਰਤ ਦੀ ਵੰਡ ਹੋਏਗੀ, ਹਿੰਦੁਸਤਾਨ ਦੀ ਵੰਡ ਹੋਏਗੀ, ਤੇ ਇਹ ਮਾਮਲੇ ਕਿਸ ਰੰਗ ਰੂਪ ਦੇ ਵਿੱਚ ਭਿਆਨਕ ਬਣ ਕੇ ਉਹਦੇ ਸਾਹਮਣੇ ਆਉਣਗੇ। ਸੁੰਦਰ ਸਿੰਘ ਜਦੋਂ ਛੁੱਟੀ ਆਇਆ ਔਰ ਪਤਾ ਲੱਗਾ ਕਿ ਰੋਲੇ ਵੱਧ ਚੁੱਕੇ ਨੇ, ਇਹ ਹੁਣ 1947 ਸ਼ੁਰੂ ਹੋ ਚੁੱਕਿਆ ਹੈ, ਇਹ ਵੀ ਸਾਹਮਣੇ ਆਈ ਗੱਲ ਕਿ ਅਸੀਂ ਹੁਣ ਆਪਣਾ ਘਰ-ਬਾਰ ਜਿਹੜਾ ਉਹ ਛੱਡਣਾ ਹੈ। ਉਸ ਵੇਲੇ ਦਿਲ 'ਚ ਕੁਝ ਪਛਤਾਵਾ ਤੇ ਹੋਇਆ, ਪਰ ਜਦੋਂ ਆਲ-ਦੁਆਲ ਦੇ ਲੋਕਾਂ ਨੂੰ ਜਾਂਦਿਆਂ ਵੇਖਣ ਦੇ ਸੀਗੇ ਤੇ ਫੈਸਲਾ ਕੀਤਾ ਅਸੀਂ ਵੀ ਇਹਨਾਂ ਰੋਲਿਆਂ 'ਚ ਚੱਲਨੇ। ਬਹੁਤ ਸਾਰੇ ਲੋਕਾਂ ਤਰ੍ਹਾਂ ਇਹ ਪਰਿਵਾਰ ਵੀ ਇਸ ਗਲਤ ਫਹਿਮੀ 'ਚ ਸੀ ਕਿ ਇਹ ਜਦੋਂ ਰੋਲੇ ਰੱਪੇ, ਇਹ ਹਮਲੇ, ਇਹ ਅੱਗਾਂ, ਇਹ ਲੁੱਟਮਾਰ ਮੁੱਕ ਜਾਣੀ ਹੈ ਤੇ ਫਿਰ ਸਾਡੇ ਕੋਲ ਆਜ਼ਾਦੀ ਹੋਏਗੀ ਕਿ ਅਸੀਂ ਇੱਧਰ ਵਸਣਾ ਚਾਹੁੰਦੇ ਹਾਂ ਜਾਂ ਨਵੇਂ ਬਣਨ ਵਾਲੇ ਦੂਜੇ ਮੁਲਕ ਪਾਸੇ ਵਸਣਾ ਚਾਹੁੰਦੇ। ਇਹੋ ਹੀ ਸੋਚ ਕੇ ਕਿ ਰੋਲੇ ਮੁੱਕਣਗੇ ਵਾਪਸ ਆਵਾਂਗੇ, ਇਹ ਪਰਿਵਾਰ ਤੁਰ ਪਿਆ, ਆਪਣਾ ਘਰ ਛੱਡਤਾ। ਸੁੰਦਰ ਸਿੰਘ ਸਰਾ ਹੋਣੇ ਜਾਂ ਹਵਾਲਦਾਰ ਸੁੰਦਰ ਸਿੰਘ ਹੋਣਾ ਦਾ ਇੱਕ ਪੁੱਤਰ ਵੀ ਸੀ, ਜਿਹਦਾ ਨਾਂ ਗੁਰਚਰਨ ਸਿੰਘ ਸੀਗਾ। ਉਹਦੀ ਘਰ ਵਾਲੀ ਹੈ ਜਿਹੜੀ, ਉਹ ਆਸ ਉਮੀਦ ਦੇ ਨਾਲ ਸੀ, ਯਾਨੀ ਇਹ ਘਰ ਦੇ 3 ਜੀ ਸਨ, ਗੁਰਚਰਨ ਸਿੰਘ, ਉਹਦੀ ਘਰ ਵਾਲੀ ਤੇ ਉਹਨਾਂ ਦਾ ਪੁੱਤਰ। ਪਰ ਜਦੋਂ ਇਹ ਆਪਣਾ ਘਰ-ਬਾਰ ਛੱਡ ਕੇ ਗਏ ਤੇ ਉਦੋਂ ਇਹ 3 ਤੋਂ 4 ਹੋਣ ਵਾਲੇ ਸਨ। ਨਿਕਲ ਪਏ, ਗੁਰਚਰਨ ਸਿੰਘ ਦਾ ਬਾਪੂ ਵੀ ਨਾਲ ਸੀਗਾ। ਤੁਰੇ ਜਾਂਦੇ ਰਹੇ, ਕਾਫਲੇ ਨਾਲ ਦੇ ਪਿੰਡਾਂ ਦੇ ਰਲਦੇ ਰਹੇ ਔਰ ਕਾਫਲਾ ਵੱਡਾ ਹੁੰਦਾ ਰਿਹਾ। ਫਿਰ ਉਹੀ ਜੋ ਕਹਾਣੀਆਂ ਹਰ ਜ਼ਬਾਨੀ ਸੁਣੀ ਦੀਆਂ ਕਿ ਹਮਲਾਵਰਾਂ ਨੇ ਹਮਲਾ ਕੀਤਾ। ਹਮਲਾ ਜਦੋਂ ਹੋਇਆ ਤੇ ਜਿਹੜਾ ਗੁਰਚਰਨ ਸਿੰਘ ਸੀਗਾ, ਇਹਨੇ ਆਪਣੇ ਦਾਦੇ ਦੀ ਉਂਗਲੀ ਫੜੀ ਸੀਗੀ, ਜਦ ਕਿ ਜਿਹੜੇ ਸੁੰਦਰ ਸਿੰਘ ਹੋਣੇ ਨੇ ਉਹ ਆਪਣੀ ਹਾਮਲਾ ਘਰ ਵਾਲੀ ਨੂੰ ਲੈ ਕੇ ਬਚਾਅ ਦੀ ਕੋਸ਼ਿਸ਼ ਕਰ ਰਹੇ ਸਨ, ਜਿਹਦੇ 'ਚ ਕਾਮਯਾਬ ਵੀ ਰਹੇ। ਉਸ ਤੋਂ ਬਾਅਦ ਉਹ ਅਗਾਂਹ ਗਏ। ਪਿੱਛੋਂ ਹਮਲਾ ਕਰਨ ਵਾਲੇ ਨੇ ਜਿਹੜੇ, ਉਹ ਜਦੋਂ ਲੋਕਾਂ ਨੂੰ ਪਏ ਤੇ ਦਾਦੇ ਦੀ ਉਂਗਲੀ ਫੜਿਆ, ਗੁਰਚਰਨ ਸਿੰਘ ਹੋਣੇ ਨੇ ਜਿਹੜੇ, ਉਹ ਵੀ ਪਰੇਸ਼ਾਨ ਹੋਏ। ਦਾਦੇ ਨੇ ਕਿਹਾ ਕਿ ਪੁੱਤਰ ਨੱਸ ਜਾ ਕੇ ਮਾਪਿਆਂ ਦੇ ਕੋਲ ਚਲਾ ਜਾ। ਉਹ ਅੱਗੇ ਜਾਣ ਡੇ ਨੇ। ਇਹ ਹਮਲਾ ਕਰਨ ਵਾਲੇ ਨੇ ਜਿਹੜੇ, ਇਹਨਾਂ ਨੇ ਇਸ ਮਾਸੂਮ ਬੱਚੇ ਦੇ ਸਾਹਮਣੇ ਭੱਜੇ ਜਾਂਦੇ ਨੇ, ਮੁੜ ਕੇ ਵੇਖਿਆ ਕਿ ਦਾਦੇ ਕੋਲੋਂ ਭੱਜਿਆ ਨਹੀਂ ਜਾ ਰਿਹਾ। ਹਮਲਾ ਕਰਨ ਵਾਲੇ ਨੇੜੇ ਆ ਗਏ। ਇੱਕ ਦਿਲ ਦੇ ਵਿੱਚ ਆਸ ਤੇ ਹੈ ਸੀ ਨਾ, ਇੱਕ ਖੌਫ ਡਰ ਤੇ ਹੈ ਸੀ, ਪਤਾ ਨਹੀਂ ਦਾਦੇ ਨਾਲ ਕੀ ਬਣੇਗਾ। ਜਦੋਂ ਮੁੜ ਕੇ ਵੇਖਿਆ ਤੇ ਦਾਦੇ ਦੇ ਬਰਛੀਆਂ ਆਰ-ਪਾਰ ਹੋ ਚੁੱਕੀਆਂ ਸਨ। ਆਪਣੀਆਂ ਅੱਖਾਂ ਦੇ ਸਾਹਮਣੇ ਦਾਦੇ ਦੇ ਨਾਲ ਇਹ ਹੋਣ ਵਾਲਾ ਸਲੂਕ ਹੈ ਜਿਹੜਾ, ਉਹਦੇ ਤੇ ਚੀਖਦਾ, ਚੁਆਂਦਾ ਇਹ ਆਪਣੇ ਪਿਓ ਤੱਕ ਅਪੜਿਆ। ਜਾ ਕੇ ਸੁੰਦਰ ਸਿੰਘ ਨੂੰ ਕਹਿੰਦਾ ਹੈ ਕਿ ਦਾਦੇ ਨੂੰ ਇੱਦਾਂ ਉਹਨਾਂ ਨੇ ਮਾਰ ਦਿੱਤਾ ਹੈ। ਸੁੰਦਰ ਸਿੰਘ ਨਾਲ ਹੋਰ ਜੀਆਂ ਨੂੰ ਇਕੱਠਿਆਂ ਕਰਕੇ, ਕੋਈ 5-7 ਜਾਣੇ ਬੱਬਰ ਸ਼ੇਰ ਜਵਾਨ ਜਦੋਂ ਵਾਪਸ ਅਪੜੇ ਤੇ ਹਮਲਾ ਕਰਨ ਵਾਲੇ ਨੇ ਜਿਹੜੇ, ਉਹ ਆਪਣਾ ਜ਼ੁਲਮ ਕਰਕੇ ਉੱਥੋਂ ਨੱਸ ਚੁੱਕੇ ਸਨ। ਭਿੱਜੀਆਂ ਅੱਖਾਂ ਦੇ ਨਾਲ ਸੁੰਦਰ ਸਿੰਘ ਨੇ ਆਪਣੇ ਬਾਪੂ ਨੂੰ ਦੇਖਿਆ। ਇੱਕ ਵਾਰ ਫਿਰ ਚੇਤੇ ਆਇਆ ਕਿ ਬਰਤਾਨਵੀ ਜ਼ਿੰਮੇਦਾਰਾਂ ਨੇ ਆਖਿਆ ਸੀਗਾ ਕਿ ਚੱਲ ਵਲਾਇਤ ਵਸ ਜਾ। ਸ਼ਾਇਦ ਵਲਾਇਤ ਵਸਿਆ ਹੁੰਦਾ ਤੇ ਅੱਜ ਪਿਓ ਨੂੰ ਏਦਾਂ ਬੇਦਰਦੀ ਦੇ ਨਾਲ ਨਾ ਗਵਾਉਣਾ ਪੈਂਦਾ। ਉਸ ਪਿਓ ਨੂੰ ਜਿਹਦੀ ਉਂਗਲੀ ਫੜ ਕੇ ਉਹਨੇ ਚੱਲਣਾ ਸਿੱਖਿਆ ਸੀ, ਉਹ ਪਿਓ ਜਿਨੇ ਇਹ ਸੁਪਨੇ ਵੇਖੇ ਸਨ ਕਿ ਉਹਦਾ ਪੁੱਤ ਬਹੁਤ ਅੱਗੇ ਜਾਏਗਾ। ਜਦੋਂ ਪੁੱਤ ਨੂੰ ਅੱਗੇ ਜਾਣ ਦਾ ਮੌਕਾ ਲੱਭਾ
ਦਿੱਤੀ ਉਹਨੇ ਸਿਰਫ ਇਸ ਕਰਕੇ ਕਿ ਮੇਰੇ ਪਿਓ ਦੇ ਮੇਰੇ ਨਾਲ ਸੁਪਨੇ ਜੁੜੇ ਆ, ਮੈਂ ਇਹਦੇ ਨਾਲ ਹੀ ਵਸਣਾ, ਮੈਂ ਵਲੈਤ ਨਹੀਂ ਜਾਣਾ। ਆਪਣੀ ਉਹਨੇ ਪੱਗ ਖੋਲੀ ਔਰ ਉਸ ਤੋਂ ਬਾਅਦ ਆਪਣੇ ਪਿਓ ਦੇ ਉੱਤੇ ਉਹ ਪਰਨਾ ਪਾ ਦਿੱਤਾ। ਉਸ ਲੋਥ ਨੂੰ, ਉਸ ਲਾਸ਼ ਨੂੰ, ਉਸ ਡੈਡ ਬਾਡੀ ਨੂੰ ਉੱਥੋਂ ਚੁੱਕਿਆ ਔਰ ਪਾਸੇ ਤੇ ਕਰਤਾ। ਇਸ ਤੋਂ ਬਾਅਦ ਇਹ ਕਾਫਲਾ ਤੁਰਿਆ ਰਿਹਾ। ਹੁਣ ਇਹ 4 ਨਹੀਂ ਸਨ, ਬਲਕਿ ਤਕਰੀਬਨ 4 ਸਨ, ਕਿਉਂਕਿ ਪਹਿਲਾਂ ਪਿਓ ਨਾਲ ਸੀ, ਆਪ ਸੁੰਦਰ ਸਿੰਘ ਸੀ, ਉਹਦੀ ਘਰ ਵਾਲੀ ਸੀ ਔਰ ਉਹਦਾ ਪੁੱਤਰ ਗੁਰਚਰਨ ਸਿੰਘ ਸੀ। ਪਰ ਜਦੋਂ ਇਹ ਕੈਂਪ ਅਪੜੇ ਤੇ ਇਹ ਤਕਰੀਬਨ 4 ਤੋਂ ਫਿਰ 4 ਹੋ ਗਏ, ਕਿਉਂਕਿ ਗੁਰਚਰਨ ਸਿੰਘ ਦੇ ਨਿੱਕੇ ਵੀਰ ਔਰ ਸੁੰਦਰ ਸਿੰਘ ਦੇ ਅਗਲੇ ਪੁੱਤਰ, ਜਿਹਨੂੰ ਸੂਰਨ ਸਿੰਘ ਜੀ ਦਾ ਨਾਂ ਰੱਖਿਆ ਗਿਆ, ਉਹਨੇ ਜਨਮ ਲਿਆ। ਇਹ ਜਨਮ ਮਹਾਜਰ ਕੈਂਪ ਦੇ ਵਿੱਚ ਹੋਇਆ। ਇਹ ਪਰਿਵਾਰ ਡਸਕਾ ਸਿਆਲਕੋਟ ਤੋਂ ਲੁਟੀਚਦਾ ਹੋਇਆ, ਜਾਨਾਂ ਗਵਾਉਂਦਾ ਹੋਇਆ, ਨੁਕਸਾਨ ਕਰਦਿਆਂ ਹੋਇਆਂ ਭਾਰਤ ਦੇ ਪਿੰਡ ਦੋਰਾਹਾ, ਜ਼ਿਲ੍ਹਾ ਲੁਧਿਆਣਾ 'ਚ ਜਾ ਵਸਿਆ। ਅੱਜ ਵੀ ਇਹ ਪਰਿਵਾਰ ਉੱਥੇ ਹੈ, ਪਰ ਸਿਆਲਕੋਟ ਨੂੰ ਬਹੁਤ ਯਾਦ ਕਰਦਾ ਹੈ। ਬਹੁਤ ਸਾਰੇ ਪੰਜਾਬੀ ਐਸੇ ਸਨ ਜਿਹੜੇ 47 ਦੀ ਵੰਡ ਤੋਂ ਪਹਿਲਾਂ ਬਹੁਤ ਸਾਰੇ ਮਰਤਬਿਆਂ ਤੇ ਸਨ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਆਸਾਂ, ਉਮੀਦਾਂ ਔਰ ਖਿੱਚਾਂ ਆਪਣਿਆਂ ਨਾਲ ਜੁੜੀਆਂ ਸਨ, ਜਿਨ੍ਹਾਂ ਨੂੰ ਵਕਤ ਨੇ ਬਹੁਤ ਸਾਰੇ ਮੌਕੇ ਦਿੱਤੇ, ਪਰ ਉਹ ਮੌਕੇ ਨੇ ਜਿਹੜੇ ਉਹਨਾਂ ਨੇ ਇਸ ਕਰਕੇ ਗਵਾਤਾ ਕਿ ਨਹੀਂ, ਉਹ ਜਿਸ ਮਿੱਟੀ 'ਚ ਪੁੰਗਰੇ ਨੇ ਉਹ ਆਪਣੀਆਂ ਜੜ੍ਹਾਂ ਉੱਥੇ ਰੱਖਣਾ ਚਾਹੁੰਦੇ ਨੇ। ਫਿਰ 47 ਜਦੋਂ ਉਹਨਾਂ ਤੇ ਵਾਪਰੀ, ਉਹਨਾਂ ਦੇ ਨਾਲ ਕੀ ਹੋਇਆ, ਉਹਦੇ 'ਚੋਂ ਇੱਕ ਮਿਸਾਲ ਹਵਾਲਦਾਰ ਸੁੰਦਰ ਸਿੰਘ ਜਾਂ ਸੁੰਦਰ ਸਿੰਘ ਸਰਾਹ ਹੋਣਾ ਦੀ ਵੀ ਹੈ, ਕਿ ਜਿਨ੍ਹਾਂ ਨੇ ਸਭ ਕੁਝ ਰੱਦ ਕਰ ਦਿੱਤਾ ਔਰ ਫਿਰ ਇਸ ਵੰਡ, ਇਹਨਾਂ ਉਜਾੜਿਆਂ ਦੇ ਵਿੱਚ ਆਪਣਾ ਪਿਓ ਵੀ ਗਵਾ ਦਿੱਤਾ।